दर्शकों फिर दोबारा तुहाडा स्वागत है प्रोग्राम सचो सच विच। नीरव साहब साडे कोल अगला फेसबुक मैसेज आया है। विक्की मुल्तानी जलालपुरी दा पैरिस तो ये लिखते हैं, मैं पूछना चाहता हाँ कि तुहानू शायद पता होवे कि SGPC कुछ अमृतधारी बच्चों को फ्री पढ़ाई प्रदान कर रही सी। जो बच्चे पूरी तरह सिक्खी नाल जुड़े हुए सन उन्होंने अमृत छकिया होया सी, उन्होंने मुफ्त विद्या दी जा रही सी। पर हुण पिछले दिनों में पता लगा है कि SGPC ने इन्हां बच्चों को मुफ्त सिक्ख्या देनी बंद कर दी है, जिस नाल तकरीबन 36,000 सिख बच्चे अमृतधारी बच्चों को नुकसान पहुंचा है। इन्हां दा सारा बजट सरावां बनाउण लई कमरे अते गुरु घर बनाउण लई वरतिया जा रहा है, सारा उत्थे ही लगा दिता है। पर असली प्रचार तुहानू पता है किवें हुंदा है। अते दूजे पासे पंजाब च ईसाई स्कूल हैं जिन्हां दी तादाद बड़ी वध रही है, वो अपना धर्म प्रचार विद्या द्वारा कर रहे हैं। तुहाडा इस बारे की विचार है? अंत ते तुहानू अते TV 84 दी सारी टीम नू विसाखी दी लख लख वधाई होवे। रब साडीआं फसलां नू जिन्हां ते आसमान विच छाए बदलां तो बचाउण अते आउण वालीआं नस्लां नू जो धरती ते रहिंदा बादल है उस कोलों बचाउण। जी डॉक्टर साहब। वीर विक्की सिंह मुल्तानी जलालपुरी पैरिस जी। हुण सिंह भी ने विक्की ने, विक्की तो हुण पूरा कोई ना होर होना जी। इदां दे आ विक्की इधर आ जी जी तो जलाल है आए फिर ਜਿਹੜੇ ਵੀ ਸ਼ਹਿਰ ਤੋਂ ਆਏ ਨੇ ਉਹ ਉੱਥੇ ਕੋਈ ਜਲਾਲ ਵਾਲਾ ਰਹਿੰਦਾ ਹੋਣਾ, ਉਹ ਤੋਂ ਹੀ ਜਲਾਲਪੁਰ ਹੋਣਾ ਇਲਾਕਾ ਵੀ, ਪਿੰਡ ਵੀ ਨਹੀਂ ਛੱਡਿਆ ਨਾਲ जी ਤੇ ਆ ਗਏ ਜਲਾਲਪੁਰ ਤੋਂ ਦੁਨੀਆ ਦੇ ਸਭ ਤੋਂ ਫੈਸ਼ਨੇਬਲ ਸ਼ਹਿਰ ਪੈਰਿਸ ਚ जी ਹੈ ਜਿਹਦਾ ਫੈਸ਼ਨ ਅੱਜ ਵੀ ਮਸ਼ਹੂਰ ਹੈ जी। ਉਹਨਾਂ ਨੇ ਜਿਹੜਾ ਇਸ਼ੂ ਹਾਈਲਾਈਟ ਕੀਤਾ ਹੈ ਉਹ ਬੜਾ ਅਹਿਮ ਇਸ਼ੂ ਹੈ ਔਰ ਇਸ ਬਾਰੇ ਮੀਡੀਆ ਦੇ ਵਿੱਚ ਰਿਪੋਰਟ ਵੀ ਆਈ। बेशक मैं समहाउ इनू स्टोरी नू प्रॉपरली फॉलो नहीं किया, लेकिन मैं जो खबरां देखियां उन्हां दे विच सिख विद्यार्थियों के पेरेंट्स ने मोगे दे विच जां दूसरियां थावां ते प्रोटेस्ट भी किया है श्रोमणी कमेटी के इस फैसले के खिलाफ कि जिथे विद्या जिहड़ी है इन्हां दे जिहड़े इन्हां दे चार्ज वाले स्कूल ने उन्हां च अमृतधारी सिख बच्चों दीयां फीसां मुआफ च मुफ्त विद्या सी ਉਹਨੂੰ ਇਹਨਾਂ ਨੇ ਕੈਂਸਲ ਕੀਤਾ। ਇਸ ਨੂੰ ਅਸੀਂ ਸਟਰੋਂਗਲੀ ਕੰਡੈਮ ਕਰਦੇ ਜੀ ਔਰ ਮੇਰਾ ਖਿਆਲ ਹੈ ਵੀ ਪ੍ਰੋਟੈਸਟ ਤੋਂ ਬਾਅਦ ਉਹਨਾਂ ਨੇ ਕੋਈ ਉਹਦੇ ਚ ਆਪਣੇ ਸੁਧਾਰ ਕਰਨ ਦੀ ਗੱਲ ਕੀਤਾ ਨਹੀਂ ਕੀਤਾ ਇਹ ਇੱਕ ਵੱਖਰੀ ਗੱਲ ਹੈ। ਪਰ ਮੈਂ ਸਮਝਦਾ ਵੀ ਦੇਖੋ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਿੰਬੋਲਿਕ ਹੁੰਦੀਆਂ ਔਰ ਜਦੋਂ ਤੁਸੀਂ ਖਾਸ ਤੌਰ ਤੇ ਪੜ੍ਹ ਰਹੇ ਹੁੰਦੇ ਹੋ ਉਦੋਂ ਤੁਹਾਨੂੰ ਜਿਹੜੀ ਥੋੜੀ ਬਹੁਤ ਮਦਦ ਵੀ ਹੈ ਉਹ ਬੜੀ ਬਹੁਤ ਲੱਗਦੀ ਹੈ। ਔਰ ਮੈਂ ਹਾਲਾਂਕਿ ਕੋਈ ਪਰਸਨਲ ਕਹਾਣੀਆਂ ਸੁਣਾਉਣ 'ਚ ਯਕੀਨ ਨਹੀਂ ਰੱਖਦਾ ਜੀ। ਸ਼੍ਰੋਮਣੀ ਕਮੇਟੀ ਦੇ ਇੱਕ 3 ਦਰਜਾ ਹੁਣ ਪਤਾ ਨਹੀਂ ਉਹਨਾਂ ਨੇ ਬੰਦ ਕਰ ਦਿੱਤੇ ਨੇ ਉਹ ਪ੍ਰੋਗਰਾਮ ਕਿ ਨਹੀਂ, 3 ਉਹਨਾਂ ਦੇ ਧਾਰਮਿਕ ਪ੍ਰੀਖਿਆਵਾਂ ਹੁੰਦੀਆਂ ਸੀ, 3 ਦਰਜਾ 10ਵੀਂ ਤੱਕ, ਫਿਰ ਜਿਹੜਾ ਗ੍ਰੈਜੂਏਟ ਲੈਵਲ ਤੇ ਫਿਰ ਜਿਹੜੇ ਪ੍ਰੋਫੈਸ਼ਨਲ ਮੈਡੀਸਨ ਲਾਅ ਇੰਜੀਨੀਅਰਿੰਗ ਪੜ੍ਹਦੇ ਨੇ ਉਹ ਇਹਨਾਂ ਦਾ ਇਮਤਿਹਾਨ ਹੁੰਦੇ ਸੀ ਔਰ ਉਹਦੇ 'ਚ ਉਹਨਾਂ ਦੀਆਂ ਜਿਹੜੀਆਂ ਨੇ ਬੁੱਕਸ ਹੁੰਦੀਆਂ ਪ੍ਰੋਪਰ ਇੱਕ ਸਿਲੇਬਸ ਹੁੰਦਾ ਉਹ ਐਨੂਅਲ ਉਹਦਾ ਇਮਤਿਹਾਨ ਲੈਂਦੇ ਨੇ ਔਰ ਉਦੋਂ ਜਿਹੜਾ ਇਹ ਹੁੰਦਾ ਸੀ ਇਹਨਾਂ ਦਾ 70s ਤੱਕ ਵੀ ਰਿਹਾ, ਹੁਣ ਨਹੀਂ ਮੈਨੂੰ ਪਤਾ ਜਾਂ 80s ਵੀ ਹੋਏਗਾ ਬਟ ਲੇਟ 70s ਤੱਕ ਸੀ ਕਿ ਜਿਹੜੇ ਉਹ ਧਾਰਮਿਕ ਵਿਦਿਆ ਪਾਸ ਕਰ ਲੈਂਦੇ ਸੀ ਉਹਨਾਂ ਐਗਜ਼ਾਮ ਨੂੰ ਸਾਲ 'ਚ ਇੱਕ ਵਾਰੀ ਕੰਡਕਟ ਹੁੰਦੇ ਸੀ, ਪ੍ਰੋਪਰਲੀ ਤੁਸੀਂ ਅਪਲਾਈ ਕਰਦੇ ਸੀ ਤੇ ਲੋਅਰ ਲੈਵਲ ਤੇ ਜਿਵੇਂ 10 ਰੁਪਏ ਮਹੀਨਾ ਵਜ਼ੀਫਾ ਜਿਹੜਾ ਅਪ ਟੂ 8 ਕਲਾਸ 2 ਸਾਲ ਲਈ, ਜਿਹੜੇ ਹਾਇਰ ਸੀ ਗ੍ਰੈਜੂਏਸ਼ਨ ਲੈਵਲ ਦੇ ਅਪ ਟੂ ਪ੍ਰੀ ਮੈਡੀਕਲ ਜਾਂ ਦੂਜਾ ਉਹ ਵਾਸ ਲਾਈਕ 15 ਜਾਂ 20 ਰੁਪਏ ਤੇ ਜਿਹੜੇ ਪ੍ਰੋਫੈਸ਼ਨਲ ਸੀ ਮੈਡੀਸਨ ਲਾਅ ਇੰਜੀਨੀਅਰਿੰਗ ਉਹ ਜੇ ਤੁਸੀਂ ਧਾਰਮਿਕ ਵਿਦਿਆ ਪਾਸ ਕਰੋ ਤਾਂ 25 ਰੁਪਏ ਮਹੀਨਾ 2 ਸਾਲ ਦੇ ਲਈ ਮਿਲਦਾ ਸੀ। ਸੋ ਮੈਂ ਉਹ ਐਗਜ਼ਾਮ ਲਿਆ, ਪਾਸ ਵੀ ਕੀਤਾ। ਸੋ ਹੁਣ ਭਾਵੇਂ ਅਸੀਂ ਜਦੋਂ ਸ਼੍ਰੋਮਣੀ ਕਮੇਟੀ ਦੀਆਂ ਦੇਖਦੇ ਹਾਂ ਇਹਦੇ ਵੱਲ ਸੋ ਮੈਨੂੰ ਇਹ ਲੱਗਦਾ ਹੈ ਵੀ ਉਸ ਜ਼ਮਾਨੇ 'ਚ ਜਿਹੜਾ ਈਵਨ 25 ਰੁਪਏ ਮਹੀਨਾ 2 ਸਾਲ ਦੇ ਵਿੱਚ ਤੁਸੀਂ ਜਿਹੜਾ ਉਹ ਤੁਹਾਡੇ ਲਈ ਇਕੱਲੀ ਪਾਕਟ ਮਨੀ ਨਹੀਂ ਸੀ। ਇੱਕ ਤਾਂ ਤੁਹਾਨੂੰ ਇਹ ਹੁੰਦਾ ਸੀ ਕਿ ਵੀ ਤੁਸੀਂ ਆਪਣੇ ਧਾਰਮਿਕ ਜਿਹੜੀ ਸੰਸਥਾ ਦਾ ਜਿਹੜਾ ਟੌਪ ਐਗਜ਼ਾਮ ਹੈ ਉਹਦੇ 'ਚ ਲਿਮਿਟਡ ਸੀ ਸਕਾਲਰਸ਼ਿਪ, ਉਹ ਸ਼ਾਇਦ 20 ਜਾਂ 25 ਸੀ ਪਰ ਜੇ ਹਜ਼ਾਰਾਂ ਸਟੂਡੈਂਟ ਉਹਦੇ 'ਚ ਬੈਠੇ ਤੁਸੀਂ ਉਹਦੇ 'ਚ ਕੁਆਲੀਫਾਈ ਕੀਤਾ ਪਹਿਲਾਂ ਤਾਂ ਤੁਹਾਨੂੰ ਇੱਕ ਪ੍ਰਾਪਤੀ ਦਾ ਹੁੰਦਾ ਸੀ। ਫਿਰ ਇਹ ਹੁੰਦਾ ਸੀ ਕਿ ਵੀ ਜੇ ਤੁਹਾਨੂੰ ਤੁਹਾਡੀ ਇੱਕ ਸੰਸਥਾ ਧਾਰਮਿਕ ਸੰਸਥਾ 25 ਰੁਪਏ ਮਹੀਨੇ ਦੇ ਰਹੀ ਹੈ ਤੇ ਤੁਸੀਂ ਕਮਿਟਮੈਂਟ ਵੀ ਮਹਿਸੂਸ ਕਰਦੇ ਸੀ ਕਿ ਭਾਈ ਇਹ ਚਲੋ ਸਾਡੀ ਇੱਕ ਸੰਸਥਾ ਹੈ ਜਿੱਥੋਂ ਮਦਦ ਮਿਲਦੀ ਹੈ, ਜੇ ਸਾਨੂੰ ਕਦੇ ਮੌਕਾ ਮਿਲਿਆ ਤੇ ਅਸੀਂ ਵੀ ਕੌਮ ਦੀ ਸੇਵਾ ਦੇ ਲਈ ਜਾਂ ਇਸ ਸੰਸਥਾ ਦੀ ਸੇਵਾ ਦੇ ਲਈ ਕੁਛ ਨਾ ਕੁਛ ਕਰਾਂਗੇ। ਹੁਣ ਜਿਸ ਸੰਸਥਾ ਦਾ 900 ਕਰੋੜ ਜਾਂ 1000 ਕਰੋੜ ਦਾ ਬਜਟ ਹੋਏ
ਔਰ ਜਿੱਥੇ ਪੰਜਾਬ 'ਚ ਇੱਕ ਪਤਤਪੁਣਾ ਨਸ਼ਿਆਂ ਦੇ ਹਵਾਲੇ ਸਾਰੀ ਜਵਾਨੀ ਕੀਤੀ ਹੋਏ ਇਹਨਾਂ ਦੇ ਹੀ ਅਲੀ ਬਾਬੇ ਨੇ ਜੀ, ਉੱਥੇ ਜੇ ਕੁਝ ਵਿਦਿਆਰਥੀ ਜਾਂ ਵਿਦਿਆਰਥਣਾ ਜਿਹੜੇ ਅੰਮ੍ਰਿਤਧਾਰੀ ਰੂਪ 'ਚ, ਕਿਉਂਕਿ ਉਹ ਕੋਈ ਪੈਸੇ ਲੈਣ ਲਈ ਅੰਮ੍ਰਿਤਧਾਰੀ ਨਹੀਂ ਬਣੇ ਹੈ, ਜੀ, ਉਹਨਾਂ ਫੈਮਿਲੀਜ਼ 'ਚੋਂ ਆਉਂਦੇ ਨੇ, ਪਰ ਉਹਨਾਂ ਦੇ ਲਈ ਇੱਕ ਇਨਸੈਂਟਿਵ ਬਾਕੀਆਂ ਨਾਲੋਂ ਦੇ ਕੰਪੈਰੀਜ਼ਨ 'ਚ ਵੀ ਹੈ ਕਿ ਭਾਈ ਦੇਖੋ ਜਦੋਂ ਅਸੀਂ ਗੁਰੂ ਦੀ ਰਹਿਮਤ ਵਾਲੇ ਇਸ ਦਰ ਤੇ ਆਂਦੇ ਹਾਂ, ਇਸ ਲਾਈਫ ਨੂੰ ਲੈਂਦੇ, ਤੇ ਸਾਡੇ ਆਲਾ ਦੁਆਲਾ ਵੀ ਹੈ ਜਿਹੜਾ ਸਾਨੂੰ ਰੈਕਗਨਾਈਜ਼ ਕਰਦਾ। ਸੋ ਇਸ ਤੋਂ ਵੱਧ ਕੇ ਮੈਂ ਸਮਝਦਾ ਕਿ ਘਟੀਆ ਜਿਹੜਾ ਕੋਈ ਫੈਸਲਾ ਨਹੀਂ ਹੋ ਸਕਦਾ। ਹਾਲਾਂਕਿ ਇਹਨਾਂ ਦੇ ਫੈਸਲਿਆਂ ਦਾ ਤਾਂ ਹੁਣ ਘਟੀਆਪਨ ਦੀ ਵੀ ਡਿਗਰੀ ਕਰਨੀ ਪੈਂਦੀ ਹੈ ਕਿਸ ਹੱਦ ਤੱਕ ਨੇ ਜੀ, ਪਰ ਹੁਣ ਗੱਲ ਜਿਵੇਂ ਉਹਨਾਂ ਨੇ ਕਨਕਲੂਜਨ 'ਚ ਕਹੀ ਕਿ ਵੀ ਜਿੱਥੇ ਉਹ ਕਹਿੰਦੇ ਨੇ, ਉਹਨਾਂ ਨੇ TV 84 ਔਰ ਦਰਸ਼ਕਾਂ ਨੂੰ ਵਧਾਈ ਦਿੱਤੀ ਹੈ ਵਿਸਾਖੀ ਖਾਲਸਾ ਸਿਰਜਣਾ ਦੀ, ਔਰ ਉਹਨਾਂ ਨੇ ਕਿਹਾ ਕਿ ਵੀ ਰਹਿਮਤ ਦੇ ਬੱਦਲ ਮੰਡਰਾਉਂਦੇ ਰਹਿਣ, ਪਰ ਆ ਜਿਹੜਾ ਥਲੜਾ ਬੱਦਲ ਹੈ ਇਸ ਤੋਂ ਛੁਟਕਾਰਾ ਹੋਏ। ਸੋ ਇਹ ਜਿਹੜਾ ਬੱਦਲ ਹੈ ਅਲੀ ਬਾਬਾ, ਇਹਦੀ ਜਿਹੜੀ ਹੁਣ ਕਮਾਨ ਹੈ, ਇਹਨੇ ਤੇ ਜੇ ਸਹੁੰ ਹੀ ਖਾਧੀ ਹੋਈ ਹੈ ਕਿਤੇ ਲੱਖੂ ਵਾਂਗੂ ਕਿ ਮੈਂ ਸਿੱਖੀ ਦਾ ਨਾਸ ਕਰਨਾ, ਤੇ ਫਿਰ ਇਹ ਸਟੈਪ ਤੁਹਾਨੂੰ ਨਜ਼ਰ ਆਉਂਦੇ ਨੇ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਆ ਜੋ ਰੌਸ ਸਟਰੀਟ ਵਾਲਾ ਸਾਹਮਣੇ ਆ ਰਿਹਾ ਗੁਰਦੁਆਰੇ ਦੇ ਜਾਂ ਦੂਜੇ, ਅੱਗੋਂ ਕਾਊਂਟਰ ਆਰਗੂਮੈਂਟ ਦਿੰਦੇ ਨੇ ਅੱਗੇ ਕਿ ਜੀ ਉੱਥੇ ਦਰਬਾਰ ਸਾਹਿਬ ਨੇ ਸਿਰੋਪਾਓ ਦਿੱਤਾ, ਦਰਬਾਰ ਸਾਹਿਬ ਗਿਆ, ਜੇ ਉੱਥੇ ਜਾ ਸਕਦਾ ਇੱਥੇ ਕਿਉਂ ਨਹੀਂ ਆ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਬਾਦਲ ਨੇ ਇਸ ਕਿਸਮ ਦੀ ਗਰਾਊਂਡ ਬਣਾਈ ਹੈ, ਔਰ ਇਹ ਜਿਹੜਾ ਸਟੈਪ ਹੈ ਬਿਲਕੁਲ ਕਲੀਅਰਲੀ ਸਾਬਤ ਕਰ ਕਿੰਨੇ ਕੁ ਵਿਦਿਆਰਥੀ ਹੋਣਗੇ ਤੇ ਕਿੰਨੇ ਕੁ ਉਹਨਾਂ ਨੂੰ ਕਿਹੜਾ ਹਜ਼ਾਰਾਂ ਰੁਪਈਆ ਦਿੰਦੇ ਹੋਣਗੇ, ਕੁਝ ਬਜਟ ਹੋਏਗਾ ਥੋੜਾ ਬਹੁਤ ਉਹਨਾਂ ਦਾ, ਜੇ ਉਹਨੂੰ ਉਹ ਇਹਨਾਂ ਲਈ ਅਹਿਮ ਨਹੀਂ ਹੈ, ਤੁਸੀਂ ਸਰਾਵਾਂ ਬਣਾ ਲਓ, ਤੁਸੀਂ ਕਿਤੇ ਗੁਜਰਾਤ ਭੁਚਾਲ ਆ ਗਿਆ ਉੱਥੇ ਕਹਿ ਦਿਓ ਜੇ ਅਸੀਂ 10 ਲੱਖ ਦੇ ਦਿੱਤੇ ਨੇ, ਅਸੀਂ ਭੁੱਜ 'ਚ ਦੇ ਦਿੱਤੇ ਨੇ, ਅਸੀਂ ਢਿਮਕੀ ਥਾਂ ਦੇ ਦਿੱਤੇ ਨੇ। ਔਰ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਆਪਣੇ ਆਪ 'ਚ ਇਸ ਕਿਸਮ ਦਾ ਫੈਸਲਾ ਦੱਸਦਾ ਹੈ ਕਿ ਇਹਦਾ ਬਾਦਲ ਦਾ ਏਜੰਡਾ ਲੱਖੂ ਵਾਲਾ ਏਜੰਡਾ ਹੀ ਹੈ ਜੀ, ਤੇ ਇਹਨਾਂ ਦਾ ਵਿੱਕੀ ਮੁਲਤਾਨੀ ਜੀ ਦਾ ਸ਼ੁਕਰੀਆ। ਵੈਸੇ ਜੇ ਪੂਰਾ ਆਪਣਾ ਨਾਂ ਲਿਖਣ ਸਿੰਘ ਵਾਲਾ, ਉਹ ਵੀ ਜਲਾਲਪੁਰ ਵਾਂਗ ਹੀ ਕੋਈ ਜਲਾਲ ਵਾਲਾ ਨਾਂ ਹੀ ਹੋਏਗਾ। ਇਹ ਵਿੱਕੀ, ਕੁੱਕੂ, ਬਿੱਟੂ, ਪੱਪੂ, ਇਹ ਠੀਕ ਹੈ ਮੇ ਵੀ ਹੋਏਗੀ ਨਾ, ਨਹੀਂ ਭਾਵੇਂ ਆਈਡੀ ਸਹੀ ਕੋਈ ਹੋਰ ਬਣਾ ਲੈਣ ਜਿਹੜਾ ਚੰਗੀ ਆਈਡੀ ਹੈ। ਵਿੱਕੀ ਕਹਿਣ ਦਾ ਕੋਈ ਬਹੁਤਾ ਰੋਬ ਨਹੀਂ ਨਾ ਪੈਂਦਾ। ਜੇ ਹੁਣ ਜਲਾਲਪੁਰ ਦੇ ਨਾਲ ਨਹੀਂ ਕੋਈ ਇਸ ਕਿਸਮ ਦਾ ਲੱਗਾ ਹੋਇਆ, ਕੋਈ ਨਜ਼ਰ ਤਾਂ ਆਏ ਵੀ ਜਲਾਲ ਆਇਆ। ਜੀ ਜੀ ਬਿਲਕੁਲ, ਇਹਨਾਂ ਦਾ ਸ਼ੁਕਰੀਆ। ਲਾਈਟਰ ਵੇਂਜ ਅਸੀਂ ਗੱਲ ਕਰਦੇ ਕਿਉਂਕਿ ਟੌਪਿਕ ਅਸੀਂ ਸੀਰੀਅਸ ਡਿਸਕਸ ਕਰ ਰਹੇ ਹੁੰਦੇ, ਸੋ ਮੇਰਾ ਇਹ ਹੁੰਦਾ ਵੀ ਇਹ ਨਾ ਹੋਵੇ ਵੀ ਸਾਡੇ ਦਰਸ਼ਕ ਜਾਂ ਸਰੋਤੇ ਬਿਲਕੁਲ ਹੀ ਉਦਾਸੀ 'ਚ ਚਲੇ ਜਾਣ। ਸੋ ਵੀ ਬ੍ਰਿੰਗ ਸਮ ਲਾਈਟਰ ਮੂਮੈਂਟਸ। ਜੀ ਬਿਲਕੁਲ ਡਾਕਟਰ ਸਾਹਿਬ, ਸੁਣਾ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਨਾਲ ਬਨੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।